ਪੁਕਾਰ ਟੀਵੀ ਦੇ ਦਰਸ਼ਕੋ, ਅਸੀਂ ਜਲੰਧਰ ਧੰਨੋਵਾਲੀ ਫਾਟਕ ਤੇ ਮੌਜੂਦ ਹਾਂ, ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ ਨਾਲ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਵਿਸ਼ਾਲ ਇਕੱਠ ਕਰਕੇ ਅੰਦੋਲਨ ਚਲਾਇਆ ਜਾ ਰਿਹਾ ਹੈ। ਇੱਕ ਛੋਟਾ ਧਰਨਾ ਲਗਾ ਕੇ ਉਸ ਨੂੰ ਮੋਰਚੇ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ। ਵੱਡਾ ਅੰਦੋਲਨ ਜਿਹੜਾ ਜਾਰੀ ਹੈ, 3 ਦਿਨ ਤੋਂ ਜਾਰੀ ਹੈ ਤੇ ਅਸੀਂ ਇਸ ਗੱਲ ਦੀ ਸੂਚਨਾ ਸਾਰੇ ਰੱਖਦੇ ਹਾਂ ਕਿ ਅੱਜ ਕਿਸਾਨ ਯੂਨੀਅਨ ਦੀ, ਕਿਸਾਨ ਸੰਯੁਕਤ ਮੋਰਚੇ ਦੀ ਇੱਕ ਮੀਟਿੰਗ ਜਿਹੜੀ ਹੈ ਉਹ ਜਲੰਧਰ ਵਿਖੇ ਸਰਕਾਰ ਦੇ ਨਾਲ, ਸਰਕਾਰ ਦੇ ਨੁਮਾਇੰਦਿਆਂ ਨਾਲ ਹੋਣ ਜਾ ਰਹੀ ਹੈ। ਇਸ ਬਾਰੇ ਅਸੀਂ ਜਾਣਕਾਰੀ ਲੈਂਦੇ ਹਾਂ ਢੀਂਡਸਾ ਸਾਹਿਬ ਤੋਂ। ਸਰਦਾਰ ਹਰਿੰਦਰ ਸਿੰਘ ਢੀਂਡਸਾ, ਜੋ ਕਿ ਇੱਥੋਂ ਦੇ ਜਲੰਧਰ ਦੀ ਜਿਹੜੀ ਕਿਸਾਨ ਸੰਘਰਸ਼ ਕਮੇਟੀ ਹੈ ਉਹਨਾਂ ਦੇ ਮੁੱਖ ਪ੍ਰਬੰਧਕ ਨੇ। ਹਰਿੰਦਰ ਸਿੰਘ ਢੀਂਡਸਾ ਜੀ, ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਢੀਂਡਸਾ ਸਾਹਿਬ, ਅੱਜ ਕੀ ਪੋਜੀਸ਼ਨ ਹੈ, ਕੀ ਆਸ ਹੈ ਜੀ? ਸਾਰਿਆਂ ਤੋਂ ਪਹਿਲਾਂ ਸਾਰੇ ਇਸ ਚੈਨਲ ਤੇ ਦਰਸ਼ਕਾਂ ਨੂੰ ਗੁਰੂ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ। ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਮੇਰੇ ਕਿਸਾਨ ਵੀਰ ਔਰ ਵੱਖ-ਵੱਖ ਸੂਬਿਆਂ ਤੋਂ ਆ ਕੇ ਉੱਥੇ ਕਿਸਾਨਾਂ ਨੇ ਆਪਣੀਆਂ ਮੰਗਾਂ ਮਨਾਉਣ ਵਾਸਤੇ ਜਿਹੜੇ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਕਿਸਾਨਾਂ ਦੇ ਉੱਤੇ ਥੋਪੇ ਆ, ਉਹ ਧੁਰੋਂ ਨਕਾਰਨ ਵਾਸਤੇ, ਉਹਨਾਂ ਨੂੰ ਧੁਰੋਂ ਬੰਦ ਕਰਾਉਣ ਵਾਸਤੇ ਅੱਜ 9 ਮਹੀਨੇ ਪੂਰੇ ਹੋ ਚੁੱਕੇ ਉੱਥੇ। ਉਹਦੇ ਤਹਿਤ ਅੱਜ ਪਿਛਲੇ ਸਮੇਂ ਦੇ ਵਿੱਚ, ਪਿਛਲੇ 15-20 ਦਿਨ ਪਹਿਲਾਂ ਇੱਕ ਮੈਮੋਰੈਂਡਮ ਦਿੱਤਾ ਗਿਆ ਸੀਗਾ ਸਰਕਾਰ ਨੂੰ ਵੀ ਜਿਹੜਾ ਸਾਡਾ ਗੰਨੇ ਦਾ ਰੇਟ ਆ ਤੇ ਗੰਨੇ ਦਾ ਪਿਛਲਾ 2 ਸਾਲ ਦਾ 450 ਕਰੋੜ ਰੁਪਈਆ ਬਕਾਇਆ ਉਹ ਸਾਡੇ ਕਿਸਾਨਾਂ ਨੂੰ ਦਿੱਤਾ ਜਾਵੇ, ਕਿਉਂਕਿ ਆਉਣ ਵਾਲਾ ਜਿਹੜਾ ਗੰਨੇ ਦਾ ਸੀਜ਼ਨ ਆ ਉਹਦੇ ਵਾਸਤੇ ਪ੍ਰਬੰਧ ਕਰਨ ਵਾਸਤੇ 15 ਤਰੀਕ ਦੀ ਇੱਕ ਟਾਈਮ ਬਾਉਂਡ ਤਰੀਕ ਦਿੱਤੀ ਗਈ ਸੀ ਵੀ ਇਹ ਜਿਹੜੀ 15 ਤਰੀਕ ਜਿਹੜੀ ਲੰਘ ਕੇ ਗਈ ਆ, 15 ਅਗਸਤ ਜਿੱਦਣ ਸਾਡੇ ਦੇਸ਼ ਦਾ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ, ਲੇਕਿਨ ਕਿਸਾਨਾਂ ਵਾਸਤੇ ਉਹ ਆਜ਼ਾਦੀ ਦਾ ਦਿਨ ਨਹੀਂ, ਅਜਾੜੇ ਵਾਲਾ ਦਿਨ ਆ। ਕਿਉਂਕਿ ਬਿਲਕੁਲ ਵੀ ਸਰਕਾਰ ਨੇ ਮੈਮੋਰੈਂਡਮ ਤੇ ਜਾਂ ਕਿਸਾਨਾਂ ਦੀਆਂ ਮੰਗਾਂ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਤੇ ਕਿਸਾਨਾਂ ਦੇ, ਪੰਜਾਬ ਦੇ ਕਿਸਾਨਾਂ ਦੇ, ਗੰਨੇ ਦੇ ਕਾਸ਼ਤਕਾਰ ਦੇ ਕਿਸਾਨਾਂ ਲਈ ਕੋਈ ਆਜ਼ਾਦੀ ਨਹੀਂ, ਕਿਸੇ ਨੇ ਕੋਈ ਆਜ਼ਾਦੀ ਦਾ ਦਿਨ ਨਹੀਂ ਮਨਾਇਆ। ਉਸ ਤੋਂ ਬਾਅਦ ਅਸੀਂ ਮੰਗ ਪੱਤਰ ਦਿੱਤਾ ਗਿਆ ਵੀ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨਦੇ ਤਾਂ ਅਸੀਂ ਮੁਕੰਮਲ ਤੌਰ ਤੇ ਨੈਸ਼ਨਲ ਹਾਈਵੇ 1, ਜਿੱਥੇ ਅੱਜ ਬਹੁਤ ਵੱਡੀ ਜਥਿਆਂ ਦੇ ਨਾਲ ਆ ਕੇ 20 ਤਰੀਕ ਨੂੰ ਸਾਰੇ ਕਿਸਾਨਾਂ ਨੇ, ਗੰਨਾ ਕਾਸ਼ਤਕਾਰਾਂ ਨੇ ਨਹੀਂ ਬਲਕਿ ਸਾਰੇ ਪੰਜਾਬ ਦੇ ਕਿਸਾਨਾਂ ਨੇ, ਮੈਂ ਸਾਊਥ ਪੰਜਾਬ ਦੀ ਗੱਲ ਕਰਾਂ ਉੱਥੇ ਤਾਂ ਬਿਲਕੁਲ ਗੰਨੇ ਦੀ ਕਾਸ਼ਤ ਨਹੀਂ ਹੁੰਦੀ, ਲੇਕਿਨ ਸਾਊਥ ਪੰਜਾਬ, ਫਾਜ਼ਿਲਕਾ, ਅਬੋਹਰ, ਮਾਨਸਾ, ਬਠਿੰਡਾ, ਉਹਨਾਂ ਕਿਸਾਨਾਂ ਨੇ ਆ ਕੇ ਇੱਥੇ ਸੰਯੁਕਤ ਮੋਰਚੇ ਦੀ ਜੋ ਫੈਸਲਾ ਸੀਗਾ, ਸੰਯੁਕਤ ਮੋਰਚੇ ਦੀਆਂ 32 ਜਥੇਬੰਦੀਆਂ ਦਾ ਫੈਸਲਾ ਸੀ ਵੀ ਜਿਹੜਾ ਕਿਸਾਨਾਂ ਦਾ ਜਿਹੜਾ ਬਕਾਇਆ ਆ ਜਾਂ ਕਿਸਾਨਾਂ ਦੇ ਗੰਨੇ ਦਾ ਰੇਟ ਆ, ਹੋਰ ਵੀ ਜਿਹੜੀਆਂ ਫਸਲਾਂ ਜਿਹੜੀਆਂ ਪੰਜਾਬ 'ਚ ਹੁੰਦੀਆਂ, ਪੂਰੇ ਸੂਬੇ 'ਚ ਫਸਲਾਂ ਉਗਾਈਆਂ ਜਾਂਦੀਆਂ, ਕਿਸਾਨ ਉਹਨੂੰ ਉਗਾਉਂਦਾ ਆ, ਉਹਦਾ ਰੇਟ ਜਿਹੜਾ ਆ ਉਹ ਮੁਕੰਮਲ ਤੌਰ ਤੇ ਇੱਕ ਨਿਰਧਾਰਿਤ MSP ਦੇ ਰੂਪ ਦੇ ਵਿੱਚ ਦਿੱਤਾ ਜਾਵੇ। ਲੇਕਿਨ ਅੱਜ ਚੌਥੇ ਦਿਨ ਦੀ ਦੁਪਹਿਰ ਚੱਲ ਰਹੀ ਆ। ਬਹੁਤ ਕੱਲ੍ਹ ਰਾਤ ਜਿਹੜੀ ਬੀਤ ਗਈ, ਪਰਸੋਂ ਰਾਤ ਜਿਹੜੀ ਬੀਤ ਗਈ, ਉਹ 2 ਵਜੇ ਤੋਂ ਲੈ ਕੇ ਤੇ ਸਾਰਾ ਦਿਨ ਬਾਰਿਸ਼ ਦਾ ਮੌਸਮ ਰਿਹਾ, ਲੇਕਿਨ ਨਾ ਤਾਂ ਇੱਕ ਵਾਰੀ ਵੀ 1 ਮਿੰਟ ਲਈ ਸਟੇਜ ਦੀ ਕਾਰਵਾਈ ਬੰਦ ਹੋਈ ਔਰ ਨਾ ਹੀ ਜਿਹੜੇ ਕਿਸਾਨ ਆ ਆਉਣ ਜਾਣ ਜਿਹੜਾ ਆ ਉਹ ਬਿਲਕੁਲ ਕਿਸੇ ਤਰੀਕੇ ਦਾ ਬੰਦ ਨਹੀਂ ਹੋਇਆ। ਮੈਂ ਇਹ ਮੀਡੀਆ ਦੇ ਥਰੂ, ਸੋਸ਼ਲ ਮੀਡੀਆ ਦੇ ਥਰੂ ਸਰਕਾਰ ਦੇ ਕੰਨ ਖੋਲ੍ਹ ਦੇਣਾ ਚਾਹੁੰਦਾ ਵੀ ਜੇ ਅੱਜ ਵੀ ਜਿਹੜੀ ਮੀਟਿੰਗ ਚੱਲ ਰਹੀ ਆ 12 ਵਜੇ ਦੀ ਪ੍ਰਸ਼ਾਸਨ ਦੇ ਨਾਲ, ਚੰਡੀਗੜ੍ਹੋਂ ਤੋਂ ਕੁਝ ਪ੍ਰਸ਼ਾਸਨ ਆਇਆ, ਉਹਨਾਂ ਨਾਲ ਮੀਟਿੰਗ ਚੱਲ ਰਹੀ ਆ, ਜੇ ਅੱਜ ਵੀ ਕੋਈ ਕਿਸੇ ਬੇਸਿੱਟਾ ਜੇ ਮੀਟਿੰਗ ਨਿਕਲਦੀ ਆ ਤੇ ਸੰਯੁਕਤ ਮੋਰਚੇ ਦੀ ਅੱਗੇ ਵੀ ਇਹੀ ਕਾਲ ਸੀ ਵੀ ਮੁਕੰਮਲ ਤੌਰ ਤੇ ਸਾਰੇ ਪੰਜਾਬ ਦੇ ਟੋਲ ਪਲਾਜ਼ਾ, ਸਾਰੇ ਦਰਿਆਵਾਂ ਦੇ ਪੁਲ ਮੁਕੰਮਲ ਤੌਰ ਤੇ ਸੀਲ ਕਰ ਦਿੱਤੇ ਜਾਣਗੇ। ਬਿਲਕੁਲ ਕੋਈ ਮੂਵਮੈਂਟ ਪੰਜਾਬ 'ਚ ਬਿਲਕੁਲ ਬੰਦ ਕਰ ਦਿਆਂਗੇ। ਸਰਕਾਰ ਦੇ ਨਾਸਾਂ 'ਚ ਧੂੰਆਂ ਦੇ ਦਿਆਂਗੇ। ਇਹਨਾਂ ਨੂੰ ਇਹ ਪਤਾ ਲੱਗ ਜਾਊਗਾ ਵੀ ਕਿਸਾਨ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਆ ਤੇ ਪਿਛਲੇ 4 ਦਿਨ ਤੋਂ ਇੱਥੇ ਧੰਨੋਵਾਲੀ ਫਾਟਕ ਰੇਲਵੇ ਲਾਈਨ ਵੀ ਬੰਦ ਕੀਤੀ ਆ, ਨੈਸ਼ਨਲ ਹਾਈਵੇ ਵੀ ਬੰਦ ਕੀਤਾ। ਪਿਛਲੇ 2 ਦਿਨ ਰੱਖੜੀ ਦਾ ਤਿਉਹਾਰ ਸੀਗਾ, ਸਾਡੀਆਂ ਮਾਤਾਵਾਂ ਨੇ, ਭੈਣਾਂ ਨੇ, ਬੱਚੀਆਂ ਨੇ ਆਪਣਾ ਤਿਉਹਾਰ ਮਨਾਉਣਾ ਸੀ, ਆਪਦੇ
ਭਾਈਆਂ ਦੇ ਨਾਲ ਜਾ ਕੇ ਬਿਲਕੁਲ ਉੱਥੇ ਕਿਤੇ ਵੀ ਸੰਯੁਕਤ ਮੋਰਚੇ ਵੱਲੋਂ ਕੋਈ ਰੋਕ ਟੋਕ ਨਹੀਂ ਸੀ। ਆਪਣੇ ਤੌਰ ਤੇ ਕੋਈ ਲਾਈਨ ਬਦਲ ਕੇ ਜਾਂਦਾ ਸੀ ਤੇ ਜਾਂਦਾ ਸੀ, ਲੇਕਿਨ ਹਜੇ ਵੀ ਅਸੀਂ ਬਿਲਕੁਲ ਇੱਦਾਂ ਦੀ ਸਖਤੀ ਜਿਹੜੀ ਪੰਜਾਬ ਵਾਸੀਆਂ ਲਈ ਆ ਉਹ ਬਿਲਕੁਲ ਨਹੀਂ ਕੀਤੀ। ਅਸੀਂ ਸਿਰਫ ਸਰਕਾਰ ਲਈ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਦੋਂ ਇਹ ਕਿਸਾਨ ਇੱਦਾਂ ਤੜਫਦਾ ਆ ਬੈਠ ਕੇ ਆ ਕੇ ਰੋਡ ਦੇ ਉੱਤੇ ਕਿੱਦਾਂ ਦੀ ਇਸ ਵੇਲੇ ਗਰਮੀ ਆ, ਕਿੱਦਾਂ ਦਾ ਕੱਲ੍ਹ ਮੀਂਹ ਪੈ ਰਿਹਾ ਸੀ, ਲੇਕਿਨ ਮੈਂ ਸ਼ਾਬਾਸ਼ ਦਿੰਦਾ, ਨਾਲੇ ਨਤਮਸਤਕ ਕਰਦਾ ਪੰਜਾਬ ਦੇ ਕਿਸਾਨ ਵੀਰਾਂ ਦਾ, ਭਰਾਵਾਂ ਦਾ, ਭੈਣਾਂ ਦਾ, ਖਾਸ ਕਰਕੇ ਛੋਟੇ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਮੋਹ ਭਾਗ ਦੀਆਂ ਰਾਤਾਂ ਤੇ ਗਰਮੀ ਦੇ ਵਿੱਚ ਸਾਰਾ ਕੁਝ ਆਪਣੇ ਪਿੰਡੇ ਤੇ ਹਟਾਇਆ। ਕਿੱਡਾ ਮੋਟਾ ਉੱਥੇ ਮੱਛਰ ਆ, ਲੇਕਿਨ ਬਹੁਤ ਸਾਰੇ ਕਿਸਾਨ ਆ ਜਿਹੜੇ ਹਜੇ ਤੱਕ ਉੱਥੋਂ ਵਾਪਸ ਨਹੀਂ ਆਏ, ਉੱਥੇ ਬੈਠੇ ਆ। ਮੈਂ ਉਹ ਸ਼ਹੀਦਾਂ ਨੂੰ, ਕਿਸਾਨ ਸ਼ਹੀਦਾਂ ਨੂੰ ਵੀ ਪ੍ਰਣਾਮ ਕਰਦਾ ਜਿਨ੍ਹਾਂ ਨੇ 500 ਸ਼ਹਾਦਤਾਂ ਦੇ ਦਿੱਤੀਆਂ, ਲੇਕਿਨ ਇਹ ਜਿਹੜੀ ਕਾਣੀ ਬੋਲੀ ਸਰਕਾਰ ਆ ਉਹਨਾਂ ਦੇ ਦਿਮਾਗ ਦੇ ਵਿੱਚ ਹਜੇ ਤੱਕ ਸੈਸ਼ਨ ਵੀ 15 ਦਿਨ ਦਾ ਲੰਘ ਗਿਆ। 517 ਸਾਡੇ 546 ਮੈਂਬਰ ਆ ਪਾਰਲੀਮੈਂਟ ਦੇ ਵਿੱਚ, ਇੱਕ ਵੀ ਮੈਂਬਰ ਪਾਰਲੀਮੈਂਟ ਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਨਹੀਂ ਕੀਤੀ। ਇਹ ਡੈਮੋਕ੍ਰੈਟਿਕ ਕੰਟਰੀ ਆ ਇੰਡੀਆ ਜਿਹੜਾ ਵਰਲਡ ਦਾ ਲਾਰਜੈਸਟ ਡੈਮੋਕ੍ਰੈਟਿਕ ਕੰਟਰੀ ਆ, ਲੇਕਿਨ ਡੈਮੋਕ੍ਰੇਸੀ ਦੇਖ ਲਓ, ਜੇ ਪੰਜਾਬ ਦੀ ਦੇਖ ਲਓ ਤੇ ਤੁਸੀਂ ਉਹ ਜੇ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਦੀ ਵੀ, ਤੇ ਪੰਜਾਬ ਸਰਕਾਰ ਦਾ ਵੀ ਕੋਈ ਰੁੱਖ ਜਿਹੜਾ ਉਹ ਕਿਸਾਨਾਂ ਲਈ ਨਹੀਂ। ਅੱਜ ਤੋਂ 4.5 ਸਾਲ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਸੀ ਵੀ ਜਿਹੜਾ ਪਿਛਲਾ ਬਕਾਇਆ ਤੁਹਾਡਾ ਉਹ ਵੀ ਦੇ ਦਿੱਤਾ ਜਾਊਗਾ, ਔਰ ਜਿਹੜਾ ਰੇਟ ਆ ਹਰ ਸਾਲ 20 ਰੁਪਏ ਹਰ ਸਾਲ ਵਧਾਇਆ ਜਾਊਗਾ। ਲੇਕਿਨ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਕੇ 4.5 ਸਾਲ ਇੱਦਾਂ ਹੀ ਲਾਰਿਆਂ 'ਚ ਨੰਗਾ ਕੇ ਪਿਛਲੇ ਵੀ 4 ਦਿਨ ਤੋਂ ਲਾਰਿਆਂ ਦੇ ਵਿੱਚ ਹੀ ਆ। ਕਦੀ DC ਸਾਹਿਬ ਨੂੰ ਘੱਲ ਦਿੰਦੇ ਆ, ਕਦੀ ADC ਸਾਹਿਬ ਆ ਜਾਂਦੇ ਆ, ਲੇਕਿਨ ਅਥਾਰਟੀ ਪਰਸਨ ਹਜੇ ਤੱਕ ਕੋਈ ਵੀ ਸਾਡੇ ਨਹੀਂ ਕੋਲ ਆਇਆ, ਨਾ ਹੀ ਉਹਨਾਂ ਨੇ ਕੋਈ ਗੱਲ ਕੀਤੀ ਆ। ਢੀਂਡਸਾ ਸਾਹਿਬ, ਕਿਸਾਨਾਂ ਨੂੰ, ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕੋਈ ਸ਼ੌਂਕ ਨਹੀਂ ਕੋ ਇੱਦਾਂ ਦੀ ਕਹਿਰ ਦੀ ਗਰਮੀ ਵਿੱਚ ਜਾਂ ਜਿਹੜਾ ਮੀਂਹ ਤੇ ਦੂਸਰਾ ਤੂਫਾਨ ਚੱਲਦਾ ਉਹਦੇ ਵਿੱਚ ਸੜਕਾਂ ਤੇ ਰਹਿਣ। ਉਹਨਾਂ ਦੀ ਬਹੁਤ ਵੱਡੀ ਮਜਬੂਰੀ ਆ। ਸਰਕਾਰ ਨੂੰ ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਸਰਕਾਰ ਉਹਨਾਂ ਦਾ ਸਬਰ ਪਰਖ ਰਹੀ ਹੈ, ਸਿਦਕ ਪਰਖ ਰਹੀ ਹੈ। ਇੱਕ ਢੀਂਡਸਾ ਸਾਹਿਬ, ਬੜਾ ਜ਼ਰੂਰੀ ਪ੍ਰਸ਼ਨ ਤੁਹਾਨੂੰ ਕਰਨਾ, ਤੁਸੀਂ ਮੁੱਖ ਪ੍ਰਬੰਧਕ ਹੋ, ਕਿ ਕਿਸਾਨ ਬੜੇ ਵੱਡੇ ਸੰਕਟ 'ਚ ਨੇ ਤੇ ਉਹਨਾਂ ਦੇ ਕੋਲ ਕੋਈ ਬਦਲ ਨਹੀਂ, ਅਸੀਂ ਪ੍ਰੈਸ਼ਰ ਕਿਵੇਂ ਜਿਹੜਾ ਆਪਣਾ ਬਿਲਡ ਕਰੀਏ। ਲੇਕਿਨ ਜਦੋਂ ਸਾਰੀ ਟ੍ਰੈਫਿਕ ਜਾਮ ਹੋ ਗਈ ਹੈ, ਜਿਹੜੀਆਂ ਹੈਗੀਆਂ ਟ੍ਰੇਨ ਜਿਹੜੇ ਹੈਗੇ ਆ ਆਪਣੀਆਂ ਲਾਈਨਸ ਉਹ ਸਾਰੀਆਂ ਜਾਮ ਹੋ ਗਈਆਂ ਹੈਗੀਆਂ, ਤੇ ਬਹੁਤ ਸਾਰੇ ਲੋਕ ਜੰਮੂ ਕਸ਼ਮੀਰ ਤੱਕ, ਬੱਚੇ, ਬੀਬੀਆਂ ਜਿਹੜੇ ਨੇ, ਬਜ਼ੁਰਗ ਨੇ ਜਾਂ ਆਮ ਲੋਕ ਨੇ, ਉਹਨਾਂ ਟ੍ਰੈਫਿਕ ਵਿੱਚ ਫਸੇ ਰਹਿਣਾ, ਉਹਦਾ ਵੀ ਆਪਾਂ ਨੂੰ, ਤੁਹਾਨੂੰ ਸਾਰਿਆਂ ਨੂੰ ਬੜਾ ਦਰਦ ਹੈ। ਕੀ ਆਪਾਂ ਨੂੰ ਲੱਗਦਾ ਕਿ ਜੇ ਸਾਡਾ ਅੰਦੋਲਨ ਲੰਬਾ ਚੱਲਣ ਦੀ ਕੋਈ ਗੱਲ ਬਣਦੀ ਹੈ, ਕੋਈ ਇਹਦਾ ਹੋਰ ਕੋਈ ਬਦਲ ਹੋ ਸਕਦਾ ਕਿ ਸਾਡੀ ਪੰਜਾਬ ਦੀ ਜਨਤਾ ਜਾਂ ਹੋਰ ਲੋਕ ਜਿੰਨੇ ਆਮ ਜਨਤਾ ਆ ਉਹਨਾਂ ਨੂੰ ਕੋਈ ਦੁੱਖ ਨਾ ਪਹੁੰਚੇ, ਲੇਕਿਨ ਇਹ ਜਿਹੜੇ ਲੋਕ ਸਾਨੂੰ ਦੁਖੀ ਕਰ ਰਹੇ ਕੇਵਲ ਇਹਨਾਂ ਦੇ ਜਿਹੜੀ ਹੈਗੀ ਆ ਸੂਈ ਚੁੱਭੇ? ਮੈਂ ਇਸ ਸੋਸ਼ਲ ਮੀਡੀਆ ਦੇ ਥਰੂ ਇਹ ਸਾਰੇ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਿਸਾਨਾਂ ਨੂੰ ਬਿਲਕੁਲ ਇਹੋ ਜਿਹਾ ਕੋਈ ਸ਼ੌਂਕ ਨਹੀਂ, ਕਿਉਂਕਿ ਕਿਸਾਨ ਤਾਂ ਖੇਤ 'ਚੋਂ 1 ਮਿੰਟ ਵੀ ਇੱਧਰ ਉੱਧਰ ਹੋ ਜਾਵੇ ਤਾਂ ਉਹਦੀ ਫਸਲ ਖਰਾਬ ਹੋ ਜਾਂਦੀ ਆ। ਕਿਸਾਨ ਆਪਣੀ ਫਸਲ ਦੇ ਨਾਲ ਬਹੁਤ ਚਾਅ ਕਰਦਾ ਆ। 6 ਮਹੀਨੇ ਫਸਲਾਂ ਜਿਹੜੀਆਂ ਪਾਲਦਾ, 6 ਮਹੀਨੇ ਉਹਦੇ ਨਾਲ ਚਾਅ ਕਰਦਾ, ਪਾਲਦਾ, ਪੁੱਤਾਂ ਵਾਂਗੂ ਪਾਲਦਾ, ਲੇਕਿਨ ਅੱਜ ਉਹ ਮਜਬੂਰ ਹੋ ਚੁੱਕਾ ਆ। ਪਿਛਲੇ 2 ਸਾਲਾਂ ਤੋਂ ਇੱਕ ਫਾਰਮਰ ਦੀ, ਕਿਸਾਨ ਦੀ ਜੇ ਪੇਮੈਂਟ ਨਹੀਂ ਨਾ ਘਰ ਆਈ ਤੇ ਡਿਪੈਂਡ ਵੀ ਉਹ ਗੰਨੇ ਤੇ ਹੀ ਆ, ਹੋਰ ਫਸਲ ਨਹੀਂ ਲਾ ਰਿਹਾ। ਸਰਕਾਰਾਂ ਹਰ ਵੇਲੇ ਇਸ ਗੱਲ ਦਾ ਰੌਲਾ ਪਾਉਂਦੀਆਂ, PAU ਹਰ ਵੇਲੇ ਇਸ ਗੱਲ ਦਾ ਰੌਲਾ ਪਾਉਂਦੀ ਆ ਵੀ ਤੁਸੀਂ ਡਿਵਰਸੀਫਿਕੇਸ਼ਨ ਕਰੋ, ਕਣਕ ਝੋਨੇ ਦੇ ਚੱਕਰ ਦੇ ਵਿੱਚੋਂ ਨਿਕਲੋ। ਕਣਕ ਝੋਨੇ ਦਾ ਜਿਹੜਾ ਚੱਕਰ ਆ ਉਹਨੂੰ ਖਤਮ ਕਰਨ ਲਈ ਫਾਰਮਰ ਨੇ, ਕਿਸਾਨਾਂ ਨੇ, ਸਾਡੇ ਪੰਜਾਬ ਦੇ ਖਾਸ ਕਰਕੇ ਦੁਆਬੇ ਦੇ ਕਿਸਾਨਾਂ ਨੇ ਪਹਿਲ ਕਦਮੀ ਕੀਤੀ ਤੇ ਗੰਨੇ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਲੇਕਿਨ ਤੁਸੀਂ ਅੱਜ ਹਾਲ ਦੇਖ ਲਓ ਵੀ ਸਰਕਾਰਾਂ ਦੇ ਜਿਹੜੇ ਇਹ ਗੱਲਾਂ ਆ ਬਿਲਕੁਲ ਖੋਖਲੀਆਂ ਆ। ਗੱਲਾਂ ਕਰਨੀਆਂ ਤੇ ਗੱਲਾਂ ਦੇ ਉੱਤੇ ਖਰੇ ਉਤਰਨਾ ਅੱਜ ਤੱਕ ਸਰਕਾਰਾਂ ਦਾ ਨਹੀਂ ਹੋਇਆ। 70 ਸਾਲ ਹੋ ਗਏ, 74 ਸਾਡੇ ਦੇਸ਼ ਆਜ਼ਾਦ ਹੋਏ ਨੂੰ, ਲੇਕਿਨ ਅੱਜ ਤੱਕ ਨਾ ਤਾਂ ਐਗਰੀਕਲਚਰ ਤੇ ਸੈਂਟਰ ਤੇ ਸੂਬੇ ਦਾ ਕਿਸੇ ਦਾ ਵੀ ਧਿਆਨ ਆ, ਨਾ
ਹੈਲਥ ਤੇ, ਨਾ ਐਜੂਕੇਸ਼ਨ ਤੇ, ਨਾ ਸਪੋਰਟਸ ਤੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਖੇਤੀ ਨਾਲ ਸੰਬੰਧ ਰੱਖਦੀਆਂ ਆ। ਲੇਕਿਨ ਜੇ ਅਸੀਂ ਗੱਲ ਕਰੀਏ ਹੋਰ ਚੀਜ਼ਾਂ ਦੀ ਤੇ ਇਹ ਬਹੁਤ ਵੱਡੇ ਵੱਡੇ ਪੈਕੇਜ ਇੰਡਸਟਰੀ ਨੂੰ ਦੇ ਰਹੇ ਆ, ਹੋਰ ਚੀਜ਼ਾਂ ਨੂੰ ਦੇ ਰਹੇ ਆ। ਲੇਕਿਨ ਅੱਜ ਤੱਕ ਇਹਨਾਂ ਨੇ ਇੱਦਾਂ ਦਾ ਕਦੀ ਵੀ ਉਪਰਾਲਾ ਨਹੀਂ ਕੀਤਾ ਵੀ ਜੇ ਕਿਸਾਨ ਤਕੜਾ ਆ ਤਾਂ ਸਾਡਾ ਪੰਜਾਬ ਤਕੜਾ ਆ, ਸਾਡਾ ਸੂਬਾ ਤਕੜਾ ਆ। ਮੈਂ ਬਹੁਤ ਸਾਰੇ ਮੌਕਾ ਮਿਲਦਾ ਮੈਨੂੰ ਦੂਜੇ ਸੂਬਿਆਂ 'ਚ ਜਾਣ ਦਾ, ਉੱਥੇ ਦੇ ਸੂਬਿਆਂ ਦਾ ਤੇ ਸਾਡੇ ਸੂਬੇ ਦੇ ਕਿਸਾਨਾਂ ਦਾ ਬੜਾ ਫਰਕ ਆ। ਸਾਰੇ ਵਿਸ਼ਵ ਨੂੰ ਪਤਾ ਆ ਵੀ ਜਿਹੜਾ ਪੰਜਾਬ ਦੀ ਮਿੱਟੀ ਆ ਉੱਥੋਂ ਸੋਨਾ ਉੱਗਦਾ ਆ, ਲੇਕਿਨ ਜਿੱਥੋਂ ਸੋਨਾ ਉੱਗਦਾ ਆ ਉਹਨੂੰ ਹਰ ਵੇਲੇ ਇਸ ਤਰੀਕੇ ਨਾਲ ਦਬਾਇਆ ਜਾਂਦਾ ਕਿਸਾਨ ਨੂੰ ਬਈ ਉਹ ਜਿਹੜਾ ਸੋਨਾ ਆ, ਉਹ ਸੋਨੇ ਦੀ ਚਿੜੀ ਜਿਹੜਾ ਉਗਾਉਂਦਾ ਆ ਉਹਨੂੰ ਹਰ ਵੇਲੇ ਦਬਾਇਆ ਜਾਵੇ ਕਿ ਇਹ ਇੱਦਾਂ ਨਾ ਹੋਵੇ ਵੀ ਇਹ ਜਿਹੜਾ ਕਿਸਾਨ ਆ ਉਹਦੇ ਕੋਲ ਸਰਮਾਇਆ ਆ ਜਾਵੇ ਤਾਂ ਉਹ ਸਾਡੇ ਗਲ ਪਵੇ। ਢੀਂਡਸਾ ਸਾਹਿਬ, ਮੇਰਾ ਸਵਾਲ ਉੱਥੇ ਅਜੇ ਖੜਾ ਕਿ ਤੁਸੀਂ ਲੋਕਾਂ ਦੇ ਹਮਦਰਦ ਹੋ, ਲੋਕਾਂ ਦੇ ਦੁੱਖ ਤੇ ਦਰਦ ਨੂੰ ਸਮਝਦੇ ਹੋ ਕਿ ਜਿਹੜਾ ਬਹੁਤ ਸਾਰੇ ਦਰਸ਼ਕਾਂ ਵੱਲੋਂ, ਲੋਕਾਂ ਵੱਲੋਂ ਸਾਡੇ ਤੱਕ ਇਹ ਆਵਾਜ਼ ਆ ਰਹੀ ਹੈ ਕਿ ਕਿਸਾਨ ਕੋਈ ਇਸ ਦਾ ਹੋਰ ਕੋਈ ਬਦਲ ਕਰ ਸਕਦੇ ਵੀ ਜਲੰਧਰ ਦੇ ਵਿੱਚ ਹਾਈਵੇ ਜਾਮ ਹੈ, ਜਿਹੜਾ ਰੇਲਵੇ ਟਰੈਕ ਜਾਮ ਹੈ, ਇਸ ਤੋਂ ਇਲਾਵਾ ਕੋਈ ਆਪਾਂ ਮੁੱਖ ਮੰਤਰੀ ਨੂੰ ਘੇਰ ਲਈਏ, ਮੰਤਰੀਆਂ ਨੂੰ ਘੇਰ ਲਈਏ ਤੇ ਲੋਕਾਂ ਨੂੰ ਜਿਹੜੀ ਰਾਹਤ ਮਿਲ ਜਾਏ, ਕੋਈ ਐਸਾ ਕੋਈ ਬਦਲ ਆਪਾਂ ਸੋਚ ਸਕਦੇ ਹਾਂ? ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਸਾਡੇ ਜ਼ਿਲ੍ਹੇ ਦੇ ਵਿੱਚ 9 MLA ਆ, 9 ਦੇ ਨਹੀਂ 18 MLA ਆ, 9 ਜਿੱਤੇ ਹੋਏ, 9 ਹਾਰੇ ਹੋਏ। ਤੁਸੀਂ ਉਹਨਾਂ ਦੇ ਨਾਲ ਜਾ ਕੇ ਗੱਲ ਕਰੋ। ਅਸੀਂ ਤਾਂ 9 ਮਹੀਨੇ ਉੱਥੇ ਬਹਿ ਕੇ ਵੀ ਦੇਖ ਲਿਆ ਜੀ, ਇੱਥੇ 4 ਦਿਨ ਬਹਿ ਕੇ ਤਪਦੀ ਗਰਮੀ ਦੇ ਵਿੱਚ ਤੇ ਜਿਹੜਾ ਰਾਤ ਝੱਖੜ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੀਂਹ ਆਇਆ ਉਹਦੇ ਵਿੱਚ ਵੀ ਬਹਿ ਕੇ ਦੇਖ ਲਿਆ। ਮੈਂ ਆਵਾਮ ਨੂੰ ਬੇਨਤੀ ਕਰਦਾ, ਚਰਨਾਂ 'ਚ ਉਹਨਾਂ ਦੇ ਬੇਨਤੀ ਕਰਦਾ ਵੀ ਜਦੋਂ ਵੋਟਾਂ ਪੈਂਦੀਆਂ ਤੁਸੀਂ ਉਦੋਂ ਇਹ ਸਵਾਲ ਕਰਿਆ ਕਰੋ ਵੀ ਜਿਹੜਾ ਸਾਡਾ ਕਿਸਾਨ ਆ ਉਹਦੇ ਲਈ ਕੀ ਕਰ ਰਹੇ ਆ। ਸਾਡੇ ਜਿਹੜੇ ਬੱਚੇ ਪੜ੍ਹ ਲਿਖ ਕੇ ਸੜਕਾਂ 'ਤੇ ਘੁੰਮ ਰਹੇ ਆ, ਸਾਡੇ ਬੱਚੇ ਡਿਗਰੀਆਂ ਲੈ ਕੇ ਇੱਧਰ ਉੱਧਰ ਭਟਕ ਰਹੇ ਆ, ਜਾਂ ਉਹਨਾਂ ਨੂੰ ਦੂਜੇ ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਹਾਰਾ ਲੈਣਾ ਪੈਂਦਾ ਆ। ਉਹ ਸਵਾਲ ਕਰਿਆ ਕਰੋ। ਇਹ ਸਾਨੂੰ ਕੋਈ ਸ਼ੌਂਕ ਨਹੀਂ, ਕੋਈ ਕਿਸੇ ਕੋ ਐਡਾ ਵੇਲ ਨਹੀਂ, ਲੇਕਿਨ ਮਜਬੂਰ ਹੋ ਕੇ ਕਿਸਾਨ ਦੇ ਘਰ ਪੈਸਾ ਜਾਊਗਾ ਤਾਂ ਆਪਣੀ ਜਿਹੜੀ ਆਉਣ ਵਾਲੀ ਫਸਲ ਆ ਉਹਨੂੰ ਸਾਂਭ ਸੰਭਾਲ ਕਰਕੇ ਮਿੱਲਾਂ ਤੱਕ ਪਹੁੰਚਾਊਗਾ। ਜੇ ਪੈਸਾ ਹੀ ਨਹੀਂ ਕਿਸਾਨ ਕੋਲ ਹੋਏਗਾ ਤਾਂ ਉਹ ਇਹਦਾ ਬਦਲ ਵੀ ਕੀ ਕਰ ਸਕਦਾ ਆ। ਜੇ ਅਸੀਂ ਗੱਲ ਕਰੀਏ ਮੁਕੰਮਲ ਤੌਰ 'ਤੇ ਬੰਦ ਕਰਨ ਦੀ, ਇਸ ਵੇਲੇ ਪੰਜਾਬ ਨੂੰ, ਪੂਰੇ ਪੰਜਾਬ ਨੂੰ, ਮੈਂ ਕਹਿੰਦਾ ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਰਾਜਸਥਾਨ, UP ਸਾਰੇ ਕਿਸਾਨਾਂ ਨੂੰ ਆਪਣੇ ਆਪ ਹੀ ਬੰਦ ਕਰ ਦੇਣਾ ਚਾਹੀਦਾ। ਦੇਖੋ ਲੋਕਡਾਊਨ ਦੇ ਵਿੱਚ ਵੀ ਆਪਾਂ 2 ਮਹੀਨੇ ਅੰਦਰ ਰਹੇ ਹਾਂ, ਬਿਲਕੁਲ ਮੁਕੰਮਲ ਤੌਰ 'ਤੇ ਜਿਹੜਾ ਆਵਾਮ ਆ ਉਹਨੂੰ ਆਪ ਹੀ ਬੰਦ ਕਰ ਦੇਣਾ ਚਾਹੀਦਾ ਵੀ ਪਹਿਲਾਂ ਤੁਸੀਂ ਕਿਸਾਨਾਂ ਦੀ ਗੱਲ ਸੁਣੋ। ਜੇ ਕਿਸਾਨ ਹੀ ਨਹੀਂ ਜੀਂਦੇ ਰਹਿਣਗੇ ਤਾਂ ਖਾਵਾਂਗੇ ਕਿੱਥੋਂ? ਜੇ ਕਿਸਾਨ ਹੀ ਨਹੀਂ ਜੀਂਦੇ ਰਹਿਣਗੇ ਤਾਂ ਸ਼ਹਿਰ 'ਚ ਜਿਹੜੀਆਂ ਖਾਣ ਵਾਲੀਆਂ ਵਸਤੂਆਂ ਆਉਣਗੀਆਂ ਕਿੱਥੋਂ? ਮੈਂ ਮੰਨਦਾ ਆ ਵੀ ਅੱਜ ਇੱਥੇ ਬੜੀ ਪ੍ਰੋਬਲਮ ਆ ਰਹੀ ਆ ਬੱਚਿਆਂ ਨੂੰ ਪੇਪਰਾਂ ਦੀ, ਸਕੂਲਾਂ 'ਚ ਜਾਣ ਦੀ ਜਾਂ ਹੋਰ ਕਿਸੇ ਗੱਲ ਦੀ, ਲੇਕਿਨ ਸਾਡੀ ਕੋਈ ਮਜਬੂਰੀ ਆ। ਸਾਨੂੰ ਪੈਸਾ ਨਹੀਂ ਮਿਲ ਰਿਹਾ ਪਿਛਲੇ 2-3 ਸਾਲਾਂ ਤੋਂ, ਸਾਨੂੰ ਰੇਟ ਨਹੀਂ ਮਿਲ ਰਿਹਾ। ਜਿਹੜੀ ਕੱਲ੍ਹ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ ਚੀਫ ਮਿਨਿਸਟਰ ਦੇ ਵਿੱਚ, ਉਹਨਾਂ ਕੋਲ ਆਂਕੜਾ ਹੀ ਕੋਈ ਨਹੀਂ, ਉਹ ਤਾਂ ਸੁੱਤੇ ਪਏ ਆ। ਪਿਛਲੇ 15-20 ਦਿਨ ਤੋਂ ਗੱਲ ਚੱਲ ਰਹੀ ਆ ਧਰਨੇ ਦੀ, ਤਾਂ ਉਹਨਾਂ ਨੂੰ ਹਜੇ ਤੱਕ ਉਹਨਾਂ ਦਾ ਕੋਈ ਹੋਮਵਰਕ ਨਹੀਂ ਉਹਦੇ 'ਤੇ। PAU ਦੇ ਵਾਈਸ ਚਾਂਸਲਰ ਤੱਕ ਨਹੀਂ ਉੱਥੇ ਪਹੁੰਚੇ। ਇਹ ਸਾਰੀਆਂ ਝੂਠੀਆਂ ਚਾਲਾਂ ਆ ਵੀ ਕਿਸੇ ਤਰੀਕੇ ਕਰ ਲੈਣ, ਪਬਲਿਕ ਨੂੰ ਗੁੰਮਰਾਹ ਕਰ ਰਹੇ ਆ। ਪਬਲਿਕ ਨੂੰ ਸਾਥ ਦੇਣ ਦੀ ਬਜਾਏ ਕਰ ਰਹੇ ਆ, ਪ੍ਰਵੋਕ ਕਰ ਰਹੇ ਆ ਵੀ ਤੁਸੀਂ ਇਹ ਗਲਤ ਕਰ ਰਹੇ ਆ ਜੋ ਕਰ। ਲੇਕਿਨ ਤੁਸੀਂ, ਮੈਂ ਪਬਲਿਕ ਨੂੰ ਇਸ ਮੀਡੀਆ ਦੇ ਥਰੂ ਦੱਸਣਾ ਚਾਹੁੰਦਾ ਵੀ ਬੜੀ ਮਜਬੂਰੀ ਹੋ ਗਈ ਆ, ਬਹੁਤ ਜ਼ਿਆਦਾ ਮਜਬੂਰੀ ਹੋ ਗਈ ਆ। ਇਹ ਸੜਕਾਂ 'ਤੇ ਬਹਿਣ ਦਾ ਕਿਸੇ ਨੂੰ ਸ਼ੌਂਕ ਨਹੀਂ। 10 ਮਿੰਟ ਆ ਕੇ ਇੱਥੇ ਤਪਦੀ ਗਰਮੀ ਦੇ ਵਿੱਚ ਸੜਕ ਦੇ ਉੱਤੇ ਬਹਿ ਕੇ ਦੇਖੋ, ਚਾਹੇ ਆਪਣੇ ਘਰ ਦੀ ਜਿਹੜੀ ਬਾਹਰਲੀ ਸੜਕ ਆ ਉੱਤੇ ਬਹਿ ਕੇ ਦੇਖੋ, 10 ਮਿੰਟ ਨਹੀਂ ਤੁਸੀਂ ਕੱਢ ਸਕਦੇ। ਔਰ ਸਾਨੂੰ ਅੱਜ ਚੌਥਾ ਦਿਨ ਆ ਇੱਥੇ ਬੈਠਿਆਂ ਨੂੰ। ਅਸੀਂ ਰਾਤਾਂ ਨੂੰ ਘਰ ਨਹੀਂ ਜਾ ਰਹੇ, ਅਸੀਂ ਦਿਨੇ ਇੱਥੇ ਲੋਕਾਂ ਦੀ ਸੇਵਾ ਕਰ ਰਹੇ ਹਾਂ। ਕਿਸੇ ਨੂੰ ਇੱਥੇ ਇਹ ਮੋਹਤਵਾਰ ਬਣਨ ਦੀ ਇੱਛਾ ਨਹੀਂ ਹੈ, ਲੇਕਿਨ ਅਸੀਂ ਸਾਰੇ ਜਿਹੜੇ ਪੰਜਾਬ ਦੇ ਕਿਸਾਨ ਸਿਰਫ ਆਪਣੀਆਂ ਮੰਗਾਂ ਕਰਕੇ ਇਕੱਠੇ ਹੋਏ ਆ। ਕੋਈ ਕਿਸੇ ਨੂੰ ਸ਼ੌਂਕ ਨਹੀਂ, ਕੋਈ ਇਹ ਸਾਰਾ ਮਜਬੂਰੀ ਕਰਕੇ ਸਾਨੂੰ ਇਹ ਕੰਮ ਜਿਹੜਾ ਸਟੈਪ ਆ ਚੱਕਣਾ ਪਿਆ ਆ। ਪੁਕਾਰ TV ਦੇ ਦਰਸ਼ਕੋ, ਸਾਡੇ ਨਾਲ ਗੱਲ ਕਰ ਰਹੇ ਨੇ ਹਰਿੰਦਰ ਸਿੰਘ ਜੀ ਢੀਂਡਸਾ, ਜਿਹੜੇ ਕਿ ਇੱਥੋਂ ਜਲੰਧਰ ਦੇ ਇਸ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਯਾਤਰੂਆਂ ਨੂੰ ਕੋਈ ਵੀ ਦੁੱਖ ਜਾਂ ਤਕਲੀਫ ਹੋ ਰਹੀ ਹੈ, ਉਹ ਦੁੱਖ ਤਕਲੀਫ ਸਾਡੇ ਬਿਲਕੁਲ ਦਿਲ 'ਤੇ ਹੈ, ਪਰ ਉਹ ਇਸ ਵੇਲੇ ਜਿਹੜੇ ਜਨਤਾ ਹੈ
ਜਿਹੜੀ ਸਾਡੀ ਪਬਲਿਕ ਹੈ ਉਹਦਾ ਇੱਕ ਬੜਾ ਵੱਡਾ ਫਰਜ਼ ਬਣਦਾ ਹੈ ਕਿ ਉਹ ਆਪੋ ਆਪਣੇ MLA ਨੂੰ ਜਾ ਕੇ ਕਹੇ ਕਿ ਇਹ ਲੱਗਾ ਹੋਇਆ ਜਾਮ ਖਲਾਉਣ ਵਾਸਤੇ ਉਹ ਅੱਗੇ ਆਉਣ, ਤਾਂ ਕਿ ਜਿਹੜੀ ਕਿਸਾਨਾਂ ਦੀ ਅਸਲ ਸਮੱਸਿਆ ਹੈ ਉਹਦਾ ਹੱਲ ਹੋ ਸਕੇ। ਕਿਸੇ ਨੂੰ ਸ਼ੌਂਕ ਨਹੀਂ ਹੈ ਕਿ ਯਾਤਰੂ ਜਿਹੜੇ ਨੇ ਉਹ ਕਿਤੇ ਫਸੇ ਰਹਿਣ ਜਾਂ ਉਹਨਾਂ ਨੂੰ ਕੋਈ ਸਮੱਸਿਆ ਆਵੇ, ਲੇਕਿਨ ਬਹੁਤ ਵੱਡੀ ਉਹਨਾਂ ਦੇ ਹੱਥ ਖੜੇ ਹੋ ਚੁੱਕੇ ਨੇ, ਜਿਸ ਕਰਕੇ ਉਹਨਾਂ ਨੂੰ ਇਹ ਸਟੈਪ ਲੈਣਾ ਪੈ ਰਿਹਾ। ਜੇਕਰ ਸਰਕਾਰ ਉਹਨਾਂ ਦੀ ਗੱਲ ਨਹੀਂ ਮੰਨਦੀ ਤੇ ਉਹਨਾਂ ਨੂੰ ਹੋਰ ਸਟੈਪ ਵੀ ਲੈਣੇ ਪੈ ਸਕਦੇ ਨੇ। ਸੋ ਅਸੀਂ ਢੀਂਡਸਾ ਸਾਹਿਬ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਉਹ ਯਾਤਰੂਆਂ ਦੀ ਗੱਲ ਨੂੰ ਵੀ ਧਿਆਨ ਵਿੱਚ ਰੱਖਣ ਤੇ ਆਪਣੇ ਅੰਦੋਲਨ ਨੂੰ ਵੀ ਚੜ੍ਹਦੀ ਕਲਾ ਵਿੱਚ ਲਿਜਾਣ, ਤੇ ਅਸੀਂ ਉਹਨਾਂ ਤੋਂ ਆਖਰੀ ਸੁਨੇਹਾ ਲਾਂਗੇ। ਪੰਜਾਬ ਦੇ ਵਿੱਚ 214 MLA ਹਾਰੇ ਤੇ ਜਿੱਤੇ, ਤੇ 13 ਜਿੱਤੇ ਤੇ 13 ਹਾਰੇ MP ਆ। ਉਹਨਾਂ ਦੇ ਕੋਲ ਜਾ ਕੇ ਫਰਿਆਦ ਕਰੋ ਵੀ ਜਿਹੜਾ ਤੁਹਾਡਾ ਚੀਫ ਮਿਨਿਸਟਰ ਆ ਉਹਨੂੰ ਦੱਸੋ ਵੀ ਉਹ ਜੇ 400 ਮੰਗਦੇ ਤੁਸੀਂ ਉਹਨਾਂ ਨੂੰ 500 ਦੇ ਦਿਓ। 400 ਮੰਗਦੇ 500 ਦੇ ਦਿਓ। ਇਹਨਾਂ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ। ਇਹਨਾਂ ਨੇ ਮਿੱਟੀ ਦੇ ਵਿੱਚੋਂ ਗੰਨ ਉਗਾਉਣਾ ਆ, ਸਾਡੀਆਂ ਫੈਕਟਰੀਆਂ 'ਚ ਨਹੀਂ ਬਣਦੇ ਗੰਨੇ, ਅਸੀਂ ਮਿੱਟੀ 'ਚੋਂ ਉਗਾ ਰਹੇ ਹਾਂ। ਦੇਖੋ ਤੁਸੀਂ ਸਾਡੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮਿੱਟੀ 'ਚੋਂ ਚੀਜ਼ ਉਗਾ ਕੇ ਉਹਨੂੰ ਮਿੱਲਾਂ ਤੱਕ ਛੱਡ ਕੇ ਆਉਨੇ ਆ, ਤੇ ਜੇ ਉਹਦੇ ਪੈਸੇ ਨਾ ਮਿਲਣ ਤੇ ਕਿੰਨੀ ਦੁੱਖ ਵਾਲੀ ਗੱਲ ਆ ਇਹ। ਬਹੁਤ ਦੁੱਖ ਵਾਲੀ ਗੱਲ ਹੈ ਜੀ, ਬਹੁਤ ਦੁੱਖ ਵਾਲੀ ਗੱਲ ਆ। ਮਿੱਟੀ 'ਚੋਂ ਚੀਜ਼ ਉਗਾ ਕੇ ਉਹਨੂੰ ਪ੍ਰਪੇਅਰ ਕਰਕੇ ਮਿੱਲਾਂ ਤੱਕ ਜਾਂ ਜਿੱਥੇ ਵੀ ਉਹਦਾ ਪ੍ਰੋਕਿਉਰਮੈਂਟ ਆ ਉੱਥੇ ਪਹੁੰਚਾਉਨੇ ਆ, ਲੇਕਿਨ ਉਹਦੇ ਪੈਸੇ ਨਾ ਘਰ ਆਉਣ। ਕਿਉਂਕਿ ਦੇਖੋ ਲੇਬਰਾਂ, ਡੀਜ਼ਲ ਕਿੱਥੇ ਚਲ ਗਏ। ਡੀਜ਼ਲ ਪਿਛਲੇ ਸਾਲ ਦੇ ਮੁਕਾਬਲੇ ਅੱਜ 40 ਰੁਪਏ ਵੱਧ ਗਿਆ, ਲੇਕਿਨ ਸਾਡੇ 2 ਸਾਲ ਦੇ ਪੈਸੇ ਆ, ਕਿਸਾਨਾਂ ਦੇ 2 ਸਾਲ ਦੇ ਪੈਸੇ ਕਦੀ ਬਰਦਾਸ਼ਤ ਨਹੀਂ ਕਰਨਗੇ, ਜਿਹੜੇ ਡਿਪੈਂਡ ਹੀ ਸ਼ੂਗਰ ਕੇਨ ਤੇ ਆ, ਮਤਲਬ ਗੰਨੇ ਦੀ ਕਾਸ਼ਤ ਕਰਤੇ ਆ। ਕਰਜ਼ੇ ਚੱਕ ਕੇ ਕਰਜ਼ੇ ਅੱਜ ਪੈਸੇ ਆ ਜਾਣਗੇ, ਅੱਜ ਪੈਸੇ ਆ ਜਾਣਗੇ, ਅੱਜ ਪੈਸੇ ਆ ਜਾਣਗੇ। ਉਹ ਬਿਲਕੁਲ ਹੁਣ ਬੇਬਸ ਹੋ ਚੁੱਕੇ ਆ, ਬੇਬਸ ਹੋ ਕੇ ਹੀ ਆ ਗਏ ਸੜਕਾਂ ਤੇ ਬਹਿਣ। ਕੋਈ ਸ਼ੌਂਕ ਨਹੀਂ, ਲੇਕਿਨ ਮੈਂ ਨਤਮਸਤਕ ਹੁੰਨਾ ਉਹਨਾਂ ਵੀਰਾਂ ਤੇ ਜਿਨ੍ਹਾਂ ਨੇ ਪਿਛਲੇ 4 ਦਿਨ ਤੋਂ ਇੱਥੇ ਹਰ ਚੀਜ਼ ਦਾ ਲੰਗਰ ਲਾਇਆ ਹੋਇਆ, ਸਫਾਈ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ। ਸਵੇਰੇ ਸ਼ਾਮ ਨਿਤਨੇਮ ਹੁੰਦਾ, ਅਰਦਾਸ ਕਰਕੇ ਸਟੇਜ ਦੀ ਆਰੰਭਤਾ ਹੁੰਦੀ ਆ, ਅਰਦਾਸ ਕਰਕੇ ਸ਼ਾਮ ਨੂੰ ਸਟੇਜ ਦੀ ਸਮਾਪਤੀ ਹੁੰਦੀ ਆ। ਬਹੁਤ ਵੱਡਾ ਇੱਕ ਇਤਿਹਾਸਿਕ ਜਗ੍ਹਾ ਬਣ ਚੁੱਕੀ ਆ, ਜਿਹਦੇ ਰਹਿੰਦੀ ਦੁਨੀਆ ਤੱਕ ਇੱਥੇ ਇਹ ਨਾਂ ਰਹੂਗਾ ਵੀ ਗੰਨੇ ਦੇ ਕਾਸ਼ਤਕਾਰ ਔਰ ਸਾਰਾ ਪੰਜਾਬ ਜਿਹੜਾ ਆ ਉਹ ਇੱਥੇ ਆ ਕੇ ਬੈਠਾ ਸੀ। ਉਹਨਾਂ ਨੇ ਆ ਕੇ ਆਪਣੀਆਂ ਮੰਗੀਆਂ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ। ਮੈਂ ਆਸ ਰੱਖਦਾ ਪੰਜਾਬ ਦੇ ਇਸ ਸੂਬੇ ਦੇ ਮੁੱਖ ਮੰਤਰੀ ਤੇ ਵੀ ਜੇ ਆਵਾਮ ਕਵੇ ਤੇ 100 ਰੁਪਈਆ ਉਹਨਾਂ ਨੂੰ ਹੋਰ ਵਧਾ ਦੇਣਾ ਚਾਹੀਦਾ। ਜੇ 400 ਮੰਗਦੇ ਤਾਂ 500 ਵਧਾ ਕਰਕੇ ਤੇ ਇਹਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਕਿਸਾਨ ਆ ਉਹ ਇਹ ਰਿਣੀ ਰਹਿਣਗੇ, ਸਾਰੇ ਪੰਜਾਬ ਦੀ ਆਵਾਮ ਦੇ ਤੇ ਇਸ ਸਰਕਾਰ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।